बहुत ही प्यारे बच्चों, ਅੱਜ ਆਪਾਂ 12ਵੀਂ ਜਮਾਤ ਦੀ ਜੋ ਲਾਜ਼ਮੀ ਪੰਜਾਬੀ ਹੈ ਨਾ ਉਸ ਦੇ ਵਿੱਚ ਹਰਭਜਨ ਸਿੰਘ ਜੀ ਦੀ ਕਵਿਤਾ ਪੜਾਂਗੇ ਮੇਰਾ ਬਚਪਨ। ਪਰ ਉਸ ਤੋਂ ਪਹਿਲਾਂ ਬੱਚਿਓ ਮੈਂ ਤੁਹਾਨੂੰ ਹਰਭਜਨ ਸਿੰਘ ਦੇ ਬਾਰੇ ਕੁਝ ਗੱਲਾਂ ਦੱਸਾਂਗੀ ਕਿਉਂਕਿ ਇਹ ਗੱਲਾਂ ਸਾਰੀ ਜ਼ਿੰਦਗੀ ਤੁਹਾਡੇ ਕੰਮ ਆਉਣਗੀਆਂ ਔਰ ਪੇਪਰ ਦੇ ਵਿੱਚ ਵੀ ਇਹ ਗੱਲਾਂ ਪੁੱਤਰ ਆ ਸਕਦੀਆਂ ਨੇ। ਸੋ ਚਲੋ ਫਿਰ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਝਾਤ ਪਾਈਏ। ਡਾਕਟਰ ਹਰਭਜਨ ਸਿੰਘ ਪੰਜਾਬੀ ਸਾਹਿਤ ਦੇ श्रेष्ठ आलोचक ਅਤੇ ਆਧੁਨਿਕ ਚੇਤਨਾ ਦੇ ਕਵੀ ਹਨ। ਆਪ ਨੇ ਮਨੁੱਖ ਦੀਆਂ ਅੰਤਰਮੁਖੀ ਅਤੇ ਬਾਹਰਮੁਖੀ ਸਮੱਸਿਆਵਾਂ ਨੂੰ ਧੁਰ ਡੂੰਘਾਈ ਤੱਕ ਜਾ ਕੇ ਚਿਤਰਿਆ ਹੈ। ਆਪ ਦਾ ਜਨਮ 18 ਅਗਸਤ 1920 ਈਸਵੀ ਨੂੰ ਲਮਡਿੰਗ ਆਸਾਮ ਵਿੱਚ ਹੋਇਆ। ਆਪ ਨੇ ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਅਤੇ ਦੋਹਾਂ ਵਿਸ਼ਿਆਂ ਵਿੱਚ MA ਕਰਕੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਵਿੱਚ ਲੰਮੇ ਸਮੇਂ ਤੱਕ ਲੈਕਚਰਰ ਲੱਗੇ ਰਹੇ। ਆਪ ਕਾਫੀ ਸਮੇਂ ਤੱਕ ਆਪ ਦਿੱਲੀ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦਾ ਵਿਭਾਗ ਹੈ ਉੱਥੇ ਅਧਿਆਕਸ਼ ਦੇ ਪਦ ਉੱਤੇ ਲੱਗੇ ਰਹੇ। ਡਾਕਟਰ ਹਰਭਜਨ ਸਿੰਘ ਦੇ ਪਹਿਲੇ ਕਾਵਿ ਸੰਗ੍ਰਹਿਾਂ ਵਿੱਚ ਭਾਵ ਪ੍ਰਧਾਨ ਸ਼ੈਲੀ ਦਾ ਰੰਗ ਵਧੇਰੇ ਹੈ, ਪਰ ਮੁੱਖ ਤੌਰ 'ਤੇ ਆਪ ਬੌਧਿਕ ਰੰਗਣ ਵਾਲੀ ਜੋ ਕਵਿਤਾ ਸੀ ਉਹ ਲਿਖਦੇ ਸਨ, ਮਤਲਬ ਕਵੀ ਸਨ। ਆਪ ਨੇ ਜੀਵਨ ਦੀ ਨਿਰਾਸ਼ਤਾ, ਕਰਮਹੀਣਤਾ, ਸਮਾਜਿਕ ਮਨੋਵਿਗਿਆਨਿਕ ਪਰਿਸਥਿਤੀਆਂ, ਮਨੁੱਖੀ ਭਾਵਾਂ ਦੀ ਸੂਖਮਤਾ ਅਤੇ ਗਹਿਰਾਈ ਨੂੰ ਬਹੁਤ ਬਰੀਕੀ ਨਾਲ ਚਿਤਰਿਆ ਹੈ। ਜੋ 12ਵੀਂ ਜਮਾਤ ਦੀ ਪਾਠ ਪੁਸਤਕ ਹੈ ਨਾ ਉਸ ਵਿੱਚ ਆਪ ਦੀ ਕਵਿਤਾ ਮੇਰਾ ਬਚਪਨ ਸ਼ਾਮਿਲ ਕੀਤੀ ਗਈ ਹੈ। ਇਸ ਕਵਿਤਾ ਵਿੱਚ ਇੱਕ ਬਾਪ ਤੋਂ ਬਿਨਾਂ ਜੋ ਬਚਪਨ ਹੁੰਦਾ ਹੈ ਨਾ ਉਸ ਦੀ ਜੋ ਹਕੀਕਤ ਹੁੰਦੀ ਹੈ ਉਸ ਨੂੰ ਬਹੁਤ ਸੋਹਣਾ ਬਿਆਨਿਆ ਹੈ। ਸਮਾਜ ਵਿੱਚ ਮਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੱਚੇ ਦਾ ਬਚਪਨ ਕਿਵੇਂ ਬਤੀਤ ਹੋ ਜਾਂਦਾ ਹੈ ਉਸ ਦਾ ਜ਼ਿਕਰ ਕੀਤਾ ਗਿਆ ਹੈ। ਸੋ ਇਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ ਨਾ, ਸੋ ਇਸ ਕਰਕੇ ਇਕੱਲਾ ਹੀ ਆਪਣੇ ਆਪ ਨੂੰ ਨਹੀਂ ਕਹਿੰਦੇ, ਇਹ ਸਾਰੇ ਬੱਚਿਆਂ ਨੂੰ ਕਹਿੰਦੇ ਨੇ ਜਿਨ੍ਹਾਂ ਦੇ ਬੱਚਿਆਂ ਦੀ ਪਿਤਾ ਦੀ ਮੌਤ ਹੋ ਜਾਂਦੀ ਹੈ ਕਿ ਉਹਨਾਂ ਨੂੰ ਕਿੰਨਾ ਔਖਾ ਸਮਾਂ ਬਤੀਤ ਕਰਨਾ ਪੈਂਦਾ ਹੈ। ਲੋਕ ਬਹੁਤ ਕੁਝ ਕਹਿੰਦੇ ਨੇ ਉਹਨਾਂ ਦੀ ਮਾਂ ਦੇ ਬਾਰੇ, ਹੋਰ ਸਮਾਜ ਬਹੁਤ ਪੁੱਠੀਆਂ ਨਜ਼ਰਾਂ ਦੇ ਨਾਲ ਦੇਖਦਾ ਹੈ, ਗਰੀਬੀ ਬਹੁਤ ਹੁੰਦੀ ਹੈ, ਹੰਝੂ ਹੁੰਦੇ ਨੇ। ਪਰ ਬਚਪਨ ਦੇਖੋ ਆਪਾਂ ਕਿ ਬਚਪਨ ਕੀ ਹੁੰਦਾ ਬੱਚੇ, ਜਿੱਥੇ ਬੱਚੇ ਖੇਡਦੇ ਨੇ ਉਹਨਾਂ ਨੂੰ ਬਿਲਕੁਲ ਸੋਝੀ ਨਹੀਂ ਹੁੰਦੀ, ਬਸ ਖੇਡਣ 'ਚ ਮਸਤ ਰਹਿੰਦੇ ਨੇ। ਪਰ ਜਿਨ੍ਹਾਂ 'ਤੇ ਜ਼ਿੰਮੇਵਾਰੀ ਆ ਜਾਂਦੀ ਹੈ ਉਹਨਾਂ ਦਾ ਬਚਪਨ ਕਿਤੇ ਹੀ ਰੁਲ ਪੈਂਦਾ। ਹੁੰਦੇ ਤਾਂ ਬੱਚੇ ਨੇ ਉਹ, ਪਰ ਜੋ ਉਹਨਾਂ ਦੀ ਬੇਸੋਝੀ ਨਾਦਾਨੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਅਤੇ ਉਹ ਸਿਆਣਿਆਂ ਦੀ ਤਰ੍ਹਾਂ ਦੇਖਣ ਲੱਗ ਜਾਂਦੇ ਨੇ। ਬਚਪਨ ਤਾਂ ਇੱਕੋ ਵਾਰ ਜ਼ਿੰਦਗੀ 'ਚ ਆਉਂਦਾ ਹੈ ਨਾ, ਤਾਂ ਸਾਰੀ ਜ਼ਿੰਦਗੀ ਤਾਂ ਬੱਚੇ ਜੋ ਵੱਡੇ ਹੋਈ ਜਾਂਦੇ ਨੇ, ਜ਼ਿੰਮੇਵਾਰ ਬਣੀ ਜਾਂਦੇ ਨੇ, ਪਰ ਇੱਕ ਬਚਪਨ ਇਹੋ ਜਿਹੀ ਅਵਸਥਾ ਹੁੰਦੀ ਹੈ ਜਦੋਂ ਉਹ ਬਿਲਕੁਲ ਅਣਭੋਲ ਹੁੰਦੇ ਨੇ। ਪਰ ਜੋ ਗਰੀਬੀ ਦੇ ਵਿੱਚ ਆ ਜਾਂਦੇ ਨੇ, ਜ਼ਿੰਮੇਵਾਰੀ ਦੇ ਵਿੱਚ ਆ ਜਾਂਦੇ ਨੇ ਤਾਂ ਉਹਨਾਂ ਦੇ ਬੇੜੀਆਂ ਪੈ ਜਾਂਦੀਆਂ ਨੇ। ਉਹ ਬਚਪਨ ਹੈ, ਜੋ ਭਾਵ ਨੇ ਉਹ ਕਦੇ ਵਾਪਸ ਨਹੀਂ ਆਉਂਦੇ। ਇਹੋ ਜਿਹੀ ਕਵਿਤਾ ਲਿਖੀ ਉਹਨਾਂ ਨੇ, ਬਹੁਤ ਸੁੰਦਰ ਕਵਿਤਾ ਲਿਖੀ ਹੈ। ਚਲੋ ਫਿਰ ਆਪਾਂ ਪੜ੍ਹੀਏ ਉਹਨਾਂ ਦੀ ਰਚਨਾ ਕੀ ਹੈ। ਮੇਰਾ ਬਚਪਨ, ਵੀ ਮੇਰਾ ਬਚਪਨ ਕਿਸ ਤਰ੍ਹਾਂ ਦਾ ਸੀ, ਮੈਂ ਕਿੱਦਾਂ ਖੇਡਦਾ ਸੀ ਕਿ ਨਹੀਂ ਖੇਡਦਾ ਸੀ, ਸਾਰਾ ਕੁਛ ਆਪਾਂ ਨੂੰ ਦੱਸਿਆ ਹੈ, ਠੀਕ ਹੈ ਨਾ। ਕੀ ਕਹਿੰਦੇ ਨੇ ਉਹ ਕਿ ਬਚਪਨ ਬੱਚੇ ਦੀ ਮਨੋਦਸ਼ਾ ਨੂੰ, ਜੋ ਮਨੋਦਸ਼ਾ ਹੁੰਦੀ ਹੈ ਨਾ ਉਸ ਨੂੰ ਬਿਆਨ ਕਰਦਾ ਹੈ। ਜਿਸ ਦਾ ਪਿਤਾ ਬਚਪਨ ਵਿੱਚ ਹੀ ਮਰ ਗਿਆ ਹੈ ਅਤੇ ਉਹ ਸਧਾਰਨ ਬੱਚਿਆਂ ਵਾਂਗ ਆਪਣਾ ਬਚਪਨ ਨਹੀਂ ਭੋਗ ਸਕੇ, ਮਤਲਬ ਉਹਨਾਂ ਦੀ ਜੋ ਜ਼ਿੰਦਗੀ ਹੈ ਉਸ ਦੀ ਮਾਂ ਨੂੰ ਬਹੁਤ ਮਿਹਨਤ ਮਜ਼ਦੂਰੀ ਕਰਨੀ ਪੈਂਦੀ ਹੈ, ਆਪਣੇ ਬੱਚੇ ਦੀ ਸੰਭਾਲ ਕਰਦੀ ਹੈ। ਲੋਕ ਉਸ ਨੂੰ ਮੈਲੀ ਨਜ਼ਰ ਨਾਲ ਦੇਖਦੇ ਹਨ। ਇਸ ਤਰ੍ਹਾਂ ਉਹ ਸਮੇਂ ਤੋਂ ਪਹਿਲਾਂ ਹੀ ਕਾਫੀ ਸਮਝਦਾਰ ਹੋ ਚੁੱਕਾ ਹੈ। ਇਸ ਤਰ੍ਹਾਂ ਦੀ ਜੋ ਮਨੋਸਥਿਤੀ ਉਹਨਾਂ ਨੇ ਬਿਆਨ ਕੀਤੀ ਹੈ। ਮੇਰਾ ਬਚਪਨ ਅਜੇ ਨਾ ਆਇਆ, ਮੇਰਾ ਬਚਪਨ ਕਦ ਆਵੇਗਾ, ਜਦ ਉਮਰਾਂ ਦੀ ਝੋਲੀ ਦੇ ਵਿੱਚ 2 3 4 ਜਾਂ 5 ਵਰ੍ਹੇ ਸਨ। ਮਾਂ ਦੇ ਬੁੱਲ੍ਹ ਬਰਾਨਾਂ ਉੱਤੇ ਕਦੀ ਨਾ ਉੱਗੀ ਹਰੀ ਕੁਰੁੰਮਲ, ਨੈਣ ਉਸ ਦੇ ਭਰੇ ਭਰੇ ਸਨ, ਦਿਨ ਜਿਉਂ ਬੁਝੇ ਪਰਛਾਵੇਂ। ਮਾਂ ਮੇਰੀ ਦੀ ਸਗਲ ਮੁਸ਼ੱਕਤ ਨੀਵੀਂ ਨਜ਼ਰ ਸਦਾ ਸ਼ਰਮਾਵੇ।
ਬਚਪਨ ਤੋਂ ਪਿਤਾਹੀਣ ਹੋਇਆ ਬੱਚਾ ਵਡੇਰੀ ਉਮਰ ਵਿੱਚ ਪਹੁੰਚ ਕੇ ਆਪਣੇ ਜੀਵਨ ਤੋਂ ਹੈਰਾਨ ਹੋਇਆ ਹੈ ਤੇ ਆਪਣੇ ਪਿਛਲੇ ਜੀਵਨ ਨੂੰ ਚੇਤੇ ਕਰਦਾ ਹੋਇਆ ਕਹਿੰਦਾ ਹੈ ਕਿ ਮੇਰਾ ਬਚਪਨ ਅਜੇ ਤੱਕ ਤਾਂ ਆਇਆ ਨਹੀਂ। ਇਸ ਕਰਕੇ ਮੇਰਾ ਬਚਪਨ ਕਦੋਂ ਆਵੇਗਾ, ਅਰਥਾਤ ਕਦੇ ਵੀ ਨਹੀਂ ਆਵੇਗਾ। ਜਦੋਂ ਮੈਂ ਅਜੇ 3, 4 ਜਾਂ 5 ਸਾਲਾਂ ਦਾ ਹੀ ਸਾਂ ਤਾਂ ਮੇਰੀ ਮਾਂ, ਜੋ ਉਸਦੇ ਪਿਤਾ ਦਾ ਜੋ ਸਾਇਆ ਸੀ, ਉਸਦੇ ਪਤੀ ਦਾ ਸਾਇਆ ਸੀ ਹੈ ਨਾ, ਉਸ ਤਾਂ ਉਹ ਉੱਠ ਚੁੱਕਾ ਸੀ। ਉਹ ਕਦੇ ਨਹੀਂ ਖੁਸ਼ ਹੋ ਸਕੀ, ਕਦੇ ਹਰੀ ਕੁਰਮਲ ਨਹੀਂ ਸੀ ਉੱਗੀ। ਉਸ ਦੀਆਂ ਜੋ ਅੱਖਾਂ ਸਨ ਉਹ ਬੁਝੀਆਂ ਸਨ, ਠੀਕ ਹੈ ਨਾ, ਨੈਣ ਬਿਲਕੁਲ ਬੁਝੇ ਸਨ, ਦਿਨ ਵੀ ਪਰਛਾਵੇਂ ਬੁਝੇ ਸਨ। ਮੇਰੀ ਮਾਂ ਦਾ ਸਾਰਾ ਜ਼ੋਰ ਸਦਾ ਨੀਵੀਂ ਨਜ਼ਰ ਰੱਖਣ ਤੇ ਹਮੇਸ਼ਾ ਸ਼ਰਮਾਉਂਦੇ ਰਹਿਣ 'ਤੇ ਹੀ ਲੰਘ ਚੁੱਕਾ ਸੀ। ਸਗਲ ਕੀ ਹੁੰਦਾ ਬੱਚੋ? ਸਾਰੀ ਮੁਸ਼ੱਕਤ ਦਾ ਮਤਲਬ ਕੀ ਹੁੰਦਾ? ਮਿਹਨਤ। ਫਿਰ ਉਸ ਤੋਂ ਬਾਅਦ ਕੀ ਕਹਿੰਦੇ ਨੇ ਉਹ, ਰਾਤ ਸੁਲਗਦਾ ਸੁੰਨਾ ਪਾਲਾ, ਮੈਂ ਮੇਰੀ ਮਾਂ ਦੀਪ ਵਿਹੋਣੀ, ਜੂ ਨੇਰੇ ਦੀ ਝੁੰਬ ਮਾਰ ਕੇ 2 ਬੂਟੇ ਕੁਮਲਾਏ ਸੁੱਤੇ। ਸਾਡੇ ਵੇੜੇ ਮਰੀ ਕਹਾਣੀ, ਇੱਕ ਸੀ ਰਾਜਾ ਇੱਕ ਸੀ ਰਾਣੀ। ਤਾਂ ਬੱਚੇ ਕਹਾਣੀਆਂ ਸੁਣਦੇ ਨੇ ਨਾ ਬੱਚੇ ਛੋਟੇ ਹੁੰਦੇ, ਵੀ ਸੁੰਨਾ ਪਾਲਾ ਚਾਰੇ ਪਾਸੇ, ਦੀਪ ਵਿਹੂਣੇ ਕੀ ਹੁੰਦਾ? ਦੀਵੇ ਤੋਂ ਬਗੈਰ, ਹੈ ਨਾ। ਪਾਲਾ ਬਹੁਤ ਹੈ, ਦੀਪ ਦੇ ਵਿਹੂਣੇ ਉਹ ਰਹਿ ਰਹੇ ਨੇ, ਇੰਝ ਹੀ ਸੋ ਜਾਂਦੇ ਨੇ ਜਿਵੇਂ ਹਨੇਰੇ ਦੀ ਝੁੰਬ ਮਾਰ ਕੇ 2 ਕੁਮਲਾਏ ਹੋਏ ਬੂਟੇ ਸੁੱਤੇ ਹੋਣ, ਉਹ ਤੇ ਉਸਦੀ ਮਾਂ। ਸਾਡੇ ਵਿਹੜੇ ਵਿੱਚ ਰਾਜੇ ਤੇ ਰਾਣੀ ਦੀ ਕਹਾਣੀ ਮਰ ਚੁੱਕੀ ਸੀ। ਭਾਵ ਬਚਪਨ ਵਿੱਚ ਮੇਰੀ ਮਾਂ ਨੇ ਇੱਕ ਸੀ ਰਾਜਾ ਇੱਕ ਸੀ ਰਾਣੀ ਦੀ ਕਹਾਣੀ ਕਦੇ ਨਹੀਂ ਸੀ ਸੁਣਾਈ, ਕਿਉਂਕਿ ਉਹ ਸਾਰਾ ਦਿਨ ਮਿਹਨਤ ਕਰਕੇ ਥੱਕੀ ਰਹਿੰਦੀ ਸੀ, ਉਦਾਸ ਰਹਿੰਦੀ ਸੀ। ਬੱਚਿਆਂ ਨੂੰ ਕਹਾਣੀ ਸੁਣਾਈ ਜਾਂਦੀ ਹੈ ਨਾ, ਅੰਤ ਦੇ ਵਿੱਚ ਕਿਹਾ ਜਾਂਦਾ ਇੱਕ ਸੀ ਰਾਜਾ ਇੱਕ ਸੀ ਰਾਣੀ, ਦੋਨੇ ਮਰ ਗਏ, ਖਤਮ ਕਹਾਣੀ। ਵੀ ਕਹਾਣੀ ਬਿਲਕੁਲ ਖਤਮ ਹੋ ਗਈ ਸੀ, ਵੀ ਉਹ ਕਦੇ ਖੁਸ਼ ਨਹੀਂ ਸੀ ਹੋਏ। ਅੱਗੇ ਆ ਗਿਆ, ਕਦੀ ਕਦੀ ਮੇਰੀ ਮਾਂ ਆਖੇ, ਵੇ ਮੇਰੇ ਦੁੱਖ ਦਰਦ ਦੇ ਹਾਣੀ, ਮੇਰੀ ਹਿੱਕ ਨੂੰ ਲੱਗ ਕੇ ਸੌਂ ਜਾ, ਜਿਸ ਥਾਂ ਤੇਰਾ ਬਾਪ ਸਿਧਾਇਆ, ਉਸ ਥਾਵੇਂ ਕੋਈ ਪਾਪ ਨਾ ਆਵੇ, ਮੇਰੇ ਬੁੱਟੇ ਗੱਭਰੂ ਹੋ ਜਾ, ਤੇਰੀ ਛਾਵੇਂ ਮੈਂ ਸੌਂ ਜਾਵਾਂ, ਕਦੇ ਕਦੇ ਬਾਲਾਂ ਦੇ ਕੁੱਛੜ, ਸੋਣ ਨਿਚਿੰਤ ਨਿਕਰਮਣ ਮਾਵਾਂ। ਦੇਖੋ ਕਿੰਨਾ ਸੋਹਣਾ ਲਿਖਿਆ ਬੱਚੋ, ਬਹੁਤ ਸੁੰਦਰ ਲਿਖਿਆ। ਨਿਕਰਮਣ ਕੀ ਹੁੰਦਾ ਬੱਚੋ? ਬਦਕਿਸਮਤ, ਕਰਮਾਂ ਦੀਆਂ ਮਾਰੀਆਂ, ਠੀਕ ਹੈ। ਉਹ ਕਹਿੰਦੇ ਨੇ ਬਚਪਨ ਤੋਂ ਹੀ ਉਸਦੇ ਪਿਤਾ ਦੀ ਮੌਤ ਹੋ ਗਈ ਸੀ। ਪਿਤਾਹੀਣ ਹੋਇਆ ਬੱਚਾ ਜਦੋਂ ਵਡੇਰੀ ਉਮਰ ਵਿੱਚ ਪਹੁੰਚ ਕੇ ਆਪਣੇ ਬੀਤੇ ਜੀਵਨ ਨੂੰ ਚੇਤੇ ਕਰਦਾ ਹੋਇਆ ਕਹਿੰਦਾ ਹੈ ਕਿ ਰਾਤੀ ਕੰਮ ਦੇ ਥਕੇਵੇਂ ਨਾਲ ਥੱਕੀ ਹੋਈ ਉਸਦੀ ਮਾਂ ਨੂੰ ਰਾਜੇ ਰਾਣੀ ਦੀ ਕਹਾਣੀ ਸੁਣਾਉਣ ਦੀ ਥਾਂ ਉਸ ਨੂੰ ਕਹਿੰਦੀ ਹੈ ਕਿ ਹੇ ਮੇਰੇ ਪੁੱਤਰ, ਤੂੰ ਮੇਰੇ ਦੁੱਖ ਦਰਦ ਦਾ ਹਾਣੀ ਹੈ, ਤੂੰ ਮੇਰੀ ਹਿੱਕ ਦੇ ਨਾਲ ਲੱਗ ਕੇ ਸੌਂ ਜਾ, ਮਤਲਬ ਮੈਨੂੰ ਥੋੜ੍ਹੀ ਜਿਹੀ ਤਾਂ ਠੰਡਕ ਮਹਿਸੂਸ ਹੋਵੇ। ਜਿੱਥੇ ਤੇਰਾ ਬਾਪ ਗਿਆ ਹੈ ਉਸ ਥਾਂ 'ਤੇ ਕੋਈ ਪਾਪ ਨਾ ਆਵੇ। ਮੇਰੇ ਬੁੱਟਿਆ, ਤੂੰ ਛੇਤੀ ਛੇਤੀ ਜਵਾਨ ਹੋ ਜਾ, ਤਾਂ ਜੋ ਮੈਂ ਵੀ ਤੇਰੀ ਛਾਂ ਦੇ ਹੇਠਾਂ ਆਰਾਮ ਕਰ ਸਕਾਂ। ਇਸ ਪ੍ਰਕਾਰ ਕਦੇ ਕਦੇ ਜੋ ਬਦਕਿਸਮਤ ਮਾਵਾਂ ਹਨ, ਆਪਣੇ ਨਿੱਕੇ ਨਿੱਕੇ ਬਾਲਕਾਂ ਦੇ ਕੁੱਛੜ ਦੇ ਵਿੱਚ ਨਿਸ਼ਚਿੰਤ ਹੋ ਕੇ ਸੌਂਦੀਆਂ ਹਨ। ਦੇਖੋ ਕਿੰਨਾ ਦਰਦ ਭਰਿਆ ਲਿਖਿਆ, ਸੱਚਾਈ ਹੈ ਬੱਚਿਓ, ਇਸ ਤਰ੍ਹਾਂ ਹੀ ਹੁੰਦਾ ਹੈ। ਫਿਰ ਉਸ ਤੋਂ ਬਾਅਦ ਉਹ ਕੀ ਕਹਿੰਦੇ ਨੇ, ਮੈਂ ਆਪਣੀ ਮਾਤਾ ਦਾ ਓਲਾ, ਉਸ ਦੀ ਛਾਂ ਉਸ ਦਾ ਪਰਛਾਵਾਂ, ਉਂਝ ਤਾਂ ਹਰ ਇੱਕ ਮਾਂ ਸੋਹਣੀ ਹੁੰਦੀ, ਉਂਝ ਤਾਂ ਹਰ ਮਾਂ ਸੋਹਣੀ ਹੁੰਦੀ, ਪਰ ਮੇਰੀ ਮਾਂ ਵੇਖ ਵੇਖ ਕੇ ਹਰ ਅੱਖ ਸੁਲਗੇ ਜਿਵੇਂ ਦੁਪਹਿਰੀ, ਮੈਂ ਉਸ ਦੇ ਸੰਗ ਤੁਰਿਆ ਜਾਵਾਂ, ਚੁੱਪ ਸੰਗਣੀ ਛਾਂ ਕੈਰੀ, ਨਜ਼ਰ ਨਜ਼ਰ ਮੇਰਾ ਮਕਤਬ ਸੀ, ਬੋਲ ਬੋਲ ਸੀ ਸੰਥਾ ਮੇਰੀ, ਬਚਪਨ ਆਉਂਦਾ ਤਾਂ ਕਿਸ ਰਾਹੋਂ, ਹਰ ਰਾਹ ਸੂਝ ਸਮਝ ਨੇ ਘੇਰੀ, ਇੱਕ ਦਿਨ ਮਾਂ ਨੇ ਬਾਤ ਸੁਣਾਈ, ਕਿਵੇਂ ਉਸ ਨੇ ਆਪਣੇ ਹੱਥੀਂ ਪਿਤਾ ਮੇਰੇ ਦੀ ਚਿਤਾ ਜਲਾਈ। ਬਚਪਨ ਤੋਂ ਹੀ ਪਿਤਾਹੀਣ ਹੋਇਆ ਬੱਚਾ ਵਡੇਰੀ ਉਮਰ ਵਿੱਚ ਪਹੁੰਚ ਕੇ ਆਪਣੇ ਬੀਤੇ ਜੀਵਨ ਨੂੰ ਯਾਦ ਕਰਦਾ ਹੋਇਆ ਦੱਸਦਾ ਹੈ ਕਿ ਛੋਟੇ ਹੁੰਦਿਆਂ ਮੈਂ ਆਪਣੀ ਮਾਂ ਦਾ ਓਲਾ, ਉਸ ਦਾ ਪਰਛਾਵਾਂ ਤੇ ਉਸ ਦੀ ਛਾਂ ਸਾਂ।
ਉਂਝ ਹਰ ਇੱਕ ਮਾਂ ਸੋਹਣੀ ਹੁੰਦੀ ਹੈ, ਪਰ ਮੇਰੀ ਸੋਹਣੀ ਮਾਂ ਨੂੰ ਦੇਖ ਦੇਖ ਕੇ ਹਰ ਮਰਦ ਦੀ ਅੱਖ ਬੁਰੀਆਂ ਭਾਵਨਾਵਾਂ ਦੀ ਅੱਗ ਦੇ ਨਾਲ ਮੱਗ ਮੁੱਠਦੀ ਸੀ। ਮੈਂ ਆਪਣੀ ਮਾਂ ਦੇ ਨਾਲ ਜ਼ਿੰਦਗੀ ਬਿਤਾਉਂਦਾ ਜਾ ਰਿਹਾ ਸਾਂ। ਅਸੀਂ ਦੋਵੇਂ ਹਰ ਵੇਲੇ ਚੁੱਪ-ਚੁੱਪ ਰਹਿੰਦੇ ਸਾਂ। ਉਹ ਮੈਨੂੰ ਆਪਣੀ ਛਾਂ ਦੇ ਰਹੀ ਸੀ, ਪਰ ਸੰਘਣੀ ਚੁੱਪ ਵਿੱਚ ਅਸੀਂ ਦੋ ਜਣੇ ਇੱਕ ਹੀ ਪ੍ਰਤੀਤ ਹੁੰਦੇ ਸਾਂ। ਲੋਕਾਂ ਦੀਆਂ ਮੈਲੀਆਂ ਨਜ਼ਰਾਂ ਮੇਰੀ ਪਾਠਸ਼ਾਲਾ ਸਨ ਅਤੇ ਉਹਨਾਂ ਦਾ ਇੱਕ ਇੱਕ ਬੋਲ ਮੇਰਾ ਪਾਠ ਸੀ। ਅਜਿਹੀ ਹਾਲਤ ਵਿੱਚ ਬਚਪਨ ਜੇ ਆਉਂਦਾ ਤਾਂ ਕਿਸ ਰਾਹ ਤੋਂ ਹਰ ਪਾਸੇ ਤੋਂ ਸੂਝ ਸਮਝ ਨੇ ਘੇਰ ਕੇ ਰੱਖਿਆ ਸੀ। ਅਰਥਾਤ ਲੋਕਾਂ ਦੀਆਂ ਜੋ ਮੈਲੀਆਂ ਨਜ਼ਰਾਂ ਸਨ ਉਹਨਾਂ ਨੇ ਉਹਨਾਂ ਨੂੰ ਸਮਝਦਾਰ ਬਣਾਤਾ ਸੀ। ਮਕਤਬ ਕੀ ਹੁੰਦਾ ਬੱਚਿਓ? ਸਕੂਲ। ਲੋਕਾਂ ਦੀਆਂ ਮੈਲੀਆਂ ਅੱਖਾਂ ਤੋਂ ਬੱਚੇ ਨੇ ਸਿੱਖਿਆ ਪ੍ਰਾਪਤ ਕਰ ਲਈ ਹੈ, ਠੀਕ ਹੈ ਨਾ। ਸੰਥਾ ਕੀ ਹੁੰਦਾ? ਸਬਕ ਸਿੱਖਿਆ। ਦੁੱਖ ਵੀ ਸੰਥਾ, ਉਂਝ ਵੀ ਕਹਿ ਦਿੰਦੇ ਵੀ ਫਲਾਣੇ ਬੰਦੇ ਨੂੰ ਸੰਥਾ ਲੱਗਿਆ, ਮਤਲਬ ਉਹ ਦੁੱਖ ਦੇ ਵਿੱਚ ਹੈ। ਤਾਂ ਫਿਰ ਉਸ ਤੋਂ ਬਾਅਦ ਉਹਨੇ ਮਾਂ ਨੇ ਕਥਾ ਵੀ ਸੁਣਾਈ ਸੀ ਕਿੱਦਾਂ ਉਹਨਾਂ ਨੇ ਚਿਤਾ ਜਲਾਈ ਸੀ ਉਹਨਾਂ ਦੇ ਪਿਤਾ ਦੀ। ਇੱਕ ਦਿਨ ਮਾਂ ਨੇ ਬਾਤ ਸੁਣਾਈ, ਕਿਵੇਂ ਉਸ ਨੇ ਆਪਣੇ ਹੱਥੀਂ ਪਿਤਾ ਮੇਰੇ ਦੀ ਚਿਤਾ ਜਲਾਈ। ਫਿਰ ਕੁਰਲਾਈ, ਨਹੀਂ ਨਹੀਂ, ਮੈਂ ਆਪਣੇ ਹੱਥੀਂ ਤੇਰਾ ਬਚਪਨ ਆਪ ਜਲਾਇਆ। ਮੇਰਾ ਬਚਪਨ ਉਦੋਂ ਨਾ ਆਇਆ, ਮੇਰਾ ਬਚਪਨ ਕਦ ਆਵੇਗਾ? ਤਾਂ ਫਿਰ ਉਹਨਾਂ ਦੇ ਮਾਤਾ ਜੀ ਨੇ ਸਾਰੀ ਘਟਨਾ ਸੁਣਾਈ ਕਿ ਇਸ ਪ੍ਰਕਾਰ ਉਹਨਾਂ ਨੇ ਆਪਣੇ ਹੱਥਾਂ ਨਾਲ ਉਸ ਬੱਚੇ ਦੇ ਪਿਤਾ ਦੀ ਚਿਤਾ ਨੂੰ ਜਲਾਇਆ ਹੈ। ਪਰ ਅਸਲ ਦੇ ਵਿੱਚ ਉਹ ਕਹਿੰਦੇ ਹਨ ਕਿ ਮੈਂ ਉਹਨਾਂ ਨੂੰ ਨਹੀਂ ਜਲਾਇਆ, ਸਗੋਂ ਆਪਣੇ ਬੱਚੇ ਦਾ ਮੈਂ ਬਚਪਨ ਹੀ ਜਲਾ ਦਿੱਤਾ। ਕਵੀ ਆਖਦਾ ਹੈ ਕਿ ਮੇਰੇ ਪਿਤਾ ਦੀ ਚਿਤਾ ਨਾਲ ਮੇਰੇ ਬਚਪਨ ਵੀ ਨਾਲ ਹੀ ਜਲ ਗਿਆ ਸੀ। ਉਹ ਬਚਪਨ ਉਹਦਾ ਕਦੀ ਨਹੀਂ ਆਇਆ, ਪਰ ਉਹ ਬਚਪਨ ਕਦੋਂ ਆਵੇਗਾ? ਉਹ ਪ੍ਰਸ਼ਨ ਪੁੱਛਦੇ ਹਨ। ਵਾਕਈ ਬੱਚਿਓ, ਇਹੋ ਜਿਹੇ ਬੱਚਿਆਂ ਦਾ ਬਚਪਨ ਕਦੀ ਨਹੀਂ ਆਉਂਦਾ। ਪਰਮਾਤਮਾ ਹਰ ਇੱਕ ਬੱਚੇ ਨੂੰ ਉਸਦੇ ਮਾਤਾ ਪਿਤਾ ਦੇ ਸਾਏ ਦੇ ਵਿੱਚ ਰੱਖੇ, ਮਹਿਫੂਜ਼ ਰੱਖੇ ਅਤੇ ਉਹ ਆਪਣਾ ਬਚਪਨ ਹੈ ਜੋ ਆਨੰਦ ਦੇ ਨਾਲ ਬਤੀਤ ਕਰ ਸਕੇ। ਸੋ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ ਬੱਚੋ ਕਿ ਆਪਣੀ ਪੰਜਾਬੀ ਲਾਜ਼ਮੀ ਦੀ ਪਾਠ ਪੁਸਤਕ 'ਚ ਦਰਜ ਹਰਭਜਨ ਸਿੰਘ ਜੀ ਦੀ ਕਵਿਤਾ ਦਾ ਸਿਰਲੇਖ ਲਿਖੋ। ਮੇਰਾ ਬਚਪਨ। ਮੇਰਾ ਬਚਪਨ ਕਵਿਤਾ ਕਿਸ ਸ਼ਾਇਰ ਦੀ ਰਚਨਾ ਹੈ? ਡਾਕਟਰ ਹਰਭਜਨ ਜੀ ਦੀ। ਡਾਕਟਰ ਹਰਭਜਨ ਸਿੰਘ ਜੀ ਦੀ। ਬੱਚੋ ਜਿਵੇਂ ਮੇਰਾ ਬਚਪਨ ਨੂੰ ਇਹਨਾਂ ਨੇ ਕੌਮਿਆਂ ਦੇ ਵਿੱਚ ਬੰਦ ਕੀਤਾ ਨਾ, ਆਪਾਂ ਵੀ ਇੱਦਾਂ ਹੀ ਕਰਨਾ, ਕਿਉਂਕਿ ਜਦੋਂ ਕਿਸੇ ਦਾ ਨਾਂ ਦੇਣਾ ਹੁੰਦਾ ਨਾ, ਕਿਸੇ ਕਿਤਾਬ ਦਾ ਸਿਰਲੇਖ ਦੇਣਾ ਹੁੰਦਾ, ਤਾਂ ਆਪਾਂ ਇਸ ਤਰ੍ਹਾਂ ਕੌਮਿਆਂ ਦੇ ਵਿੱਚ ਬੰਦ ਕਰਦੇ ਹਾਂ। ਮੇਰਾ ਬਚਪਨ ਕਵਿਤਾ ਵਿੱਚ ਕਿਸ ਰਿਸ਼ਤੇ ਦੀ ਗੈਰ ਹਾਜ਼ਰੀ ਕਾਰਨ ਬੱਚੇ ਦਾ ਬਚਪਨ ਰੁਲ ਜਾਂਦਾ ਹੈ? ਕਿਸ ਦੀ? ਪਿਤਾ ਦੀ ਗੈਰ ਹਾਜ਼ਰੀ ਕਾਰਨ। ਪੁੱਤਰ ਦੇ ਛੇਤੀ ਛੇਤੀ ਗੱਭਰੂ ਹੋਣ ਦਾ ਲੋਚਾ ਜੋ ਹੈ, ਉਸ ਦੀ ਲੋਚਾ ਹੈ ਕਿਸ ਦੇ ਮਨ ਵਿੱਚ ਹੈ? ਮੇਰਾ ਬਚਪਨ ਕਵਿਤਾ ਦੇ ਆਧਾਰ 'ਤੇ ਲਿਖੋ, ਬੱਚੇ ਦੀ ਮਾਂ ਦੇ, ਠੀਕ ਹੈ ਨਾ। ਤਾਂ ਇਕੱਲਾ ਤੁਸੀਂ ਇੰਨਾ ਕਿ ਵੀ ਨਹੀਂ, ਤੁਸੀਂ ਹੋਰ ਵੀ ਵਧਾ ਕੇ ਇਸ ਨੂੰ ਲਿਖਣਾ ਹੈ। ਕਦੇ ਕਦੇ ਬਾਲਾਂ ਦੇ ਕੁੱਛੜ ਸੋਹਣ ਨਿਚਿੰਤ ਡੈਸ਼ ਮਾਵਾਂ। ਕਾਵ ਤੁਕ ਪੂਰੀ ਕਰੋ ਬੱਚਿਓ, ਠੀਕ ਹੈ ਨਾ। ਕਦੇ ਕਦੇ ਬਾਲਾਂ ਦੇ ਕੁੱਛੜ ਸੋਹਣ ਨਿਚਿੰਤ ਨਿਕਰਮਣ ਮਾਵਾਂ। ਨਿਕਰਮਣ ਮਤਲਬ ਕੀ ਹੁੰਦਾ? ਬਿਨਾਂ ਕਰਮ ਦੇ ਬਦਕਿਸਮਤ। ਮੇਰਾ ਬਚਪਨ ਕਵਿਤਾ 'ਚ ਮਾਂ ਨੇ ਆਪਣੇ ਹੱਥੀਂ ਆਪਣੇ ਪਿਤਾ ਦੀ, ਮਤਲਬ ਆਪਣੇ ਪਤੀ ਦੀ ਚਿਤਾ ਜਲਾਈ ਸੀ। ਬਿਲਕੁਲ ਠੀਕ ਬੱਚਿਓ। ਮੇਰਾ ਬਚਪਨ ਕਵਿਤਾ ਵਿੱਚ ਮੂਲ ਰੂਪ ਵਿੱਚ ਰਿਸ਼ਤਾ ਵਿਚਰਦਾ ਨਜ਼ਰ ਆਉਂਦਾ ਹੈ। ਕਿਸ ਦਾ ਆਉਂਦਾ ਹੈ? ਕਿਹਦੀ ਗੱਲ ਕੀਤੀ ਗਈ ਹੈ? ਮਾਂ ਪੁੱਤ ਦੀ, ਪਿਓ ਧੀ ਦੀ, ਭੈਣ ਭਰਾ ਦੀ, ਨੂੰਹ ਪੁੱਤ ਦੀ, ਠੀਕ ਹੈ ਨਾ। ਕਿਹਨਾਂ ਦੀ ਹੈ ਵੈਸੇ ਮੇਨ ਗੱਲ ਹੈ ਜੋ ਇਹਨਾਂ ਵਿੱਚ ਪ੍ਰਮੁੱਖ? ਮਾਂ ਪੁੱਤਰ ਦੀ। ਕੇਂਦਰੀ ਭਾਵ ਕੀ ਹੈ ਬੱਚੋ? ਮੇਰਾ ਬਚਪਨ ਕਵਿਤਾ ਦਾ ਕੇਂਦਰੀ ਭਾਵ ਕੀ ਹੈ? ਪਿਤਾਹੀਣ ਬੱਚਾ ਹੋਰਨਾਂ ਸਧਾਰਨ ਬੱਚਿਆਂ ਵਾਂਗ ਆਪਣਾ ਬਚਪਨ ਨਹੀਂ ਭੋਗ ਸਕਦਾ। ਉਸ ਦੀ ਸ਼ਰਮ ਹਿਆ ਵਿੱਚ ਡੁੱਬੀ ਮਾਂ ਉਸ ਦੇ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਹਿੱਸਾ ਨਹੀਂ ਪਾ ਸਕਦੀ। ਅਜਿਹਾ ਬੱਚਾ ਜਦੋਂ ਵੱਡਾ ਹੁੰਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਉਸ ਦੀ ਮਾਸੂਮੀਅਤ ਉਸ ਪਾਸੋਂ ਖੁੱਸ ਗਈ ਹੈ। ਮਤਲਬ ਆਪਾਂ ਦੇਖਿਆ ਵੀ ਉਹ ਬਚਪਨ ਦੇ ਵਿੱਚ ਹੀ ਉਸ ਦੇ ਪਿਤਾ ਦੀ ਜੋ ਮੌਤ ਹੋ ਜਾਂਦੀ ਹੈ, ਸੋ ਮੌਤ ਦੇ ਕਾਰਨ ਉਹਨਾਂ ਨੂੰ ਬਹੁਤ ਕੁਝ ਝੱਲਣਾ ਪੈਂਦਾ, ਗਰੀਬੀ ਝੱਲਣੀ ਪੈਂਦੀ ਹੈ। ਉਹ ਜਿਵੇਂ ਘਟਨਾ ਦੱਸੀ ਹੈ ਵੀ ਰਾਤ ਦੀ ਉਹ ਦੋਨੋਂ ਸੁੱਤੇ ਹੁੰਦੇ ਨੇ, ਦੀਵੇ ਦੀ ਲੋਅ ਨਹੀਂ ਹੁੰਦੀ, ਦੀਪ ਵੀ ਹੋਣੇ ਹੁੰਦੇ ਨੇ,
ਔਰ ਉਹਦੀ ਮਾਂ ਬਹੁਤ ਰੋਂਦੀ ਹੈ। ਉਹ ਕਹਿੰਦੀ ਹੈ ਵੀ ਤੂੰ ਜੇ ਛੇਤੀ ਛੇਤੀ ਵੱਡਾ ਹੋ ਜਾ, ਮੈਂ ਤੇਰੀ ਛਾਵੇਂ ਬੈਠਾਂਗੀ, ਮੈਂ ਵੀ ਸ਼ਾਂਤੀ ਪ੍ਰਾਪਤ ਮੈਨੂੰ ਹੋਵੇਗੀ, ਹੈ ਨਾ। ਸੋ ਕਿਉਂਕਿ ਜੋ ਵੀ ਨਜ਼ਰਾਂ ਨੇ ਉਸਨੂੰ ਬਹੁਤ ਗਲਤ ਢੰਗ ਦੇ ਨਾਲ ਦੇਖਦੀਆਂ ਨੇ। ਜਦੋਂ ਤੁਰੇ ਜਾਂਦੇ ਨੇ ਨੀਵੀਂ ਪਾ ਕੇ ਤੁਰਦੇ ਨੇ ਉਹ, ਵੀ ਜਦੋਂ ਬੱਚਾ ਬਚਪਨ ਦੇ ਵਿੱਚ ਹੁੰਦਾ ਕਹਾਣੀਆਂ ਸੁਣਦਾ ਏ, ਪਰ ਉਸਦੀ ਜੋ ਕਹਾਣੀ ਦੇ ਵਿੱਚ ਦੇ ਜੋ ਪਾਤਰ ਸਨ ਰਾਜਾ ਰਾਣੀ, ਉਹ ਮਰ ਚੁੱਕੇ ਸਨ। ਤਾਂ ਫਿਰ ਉਸਦੀ ਮਾਂ ਨੇ ਕਿਹਾ ਵੀ ਮੈਂ ਆਪਣੇ ਪਤੀ ਦੀ ਚਿਤਾ ਨਹੀਂ ਸੀ ਜਲਾਈ, ਸਗੋਂ ਮੇਰੇ ਬੱਚੇ ਦੇ ਅਰਮਾਨ ਬਚਪਨ ਨੂੰ ਹੀ ਜਲਾ ਦਿੱਤਾ ਸੀ। ਇਸ ਤਰ੍ਹਾਂ ਉਹ ਕਹਿੰਦੇ ਨੇ ਵੀ ਜੋ ਬੱਚਿਆਂ ਦੇ ਪਿਤਾ ਛੋਟੀ ਉਮਰੇ ਚਲੇ ਜਾਂਦੇ ਨੇ ਉਹਨਾਂ ਦਾ ਬਚਪਨ ਕਦੀ ਨਹੀਂ ਆਉਂਦਾ, ਜ਼ਿੰਮੇਵਾਰੀਆਂ ਉਹਨਾਂ ਨੂੰ ਖਾ ਜਾਂਦੀਆਂ ਨੇ, ਠੀਕ ਹੈ ਨਾ। ਉਹ ਸਵਾਲ ਕਰਦਾ ਵੀ ਮੇਰਾ ਬਚਪਨ ਆਇਆ ਨਹੀਂ, ਆਖਰ ਕਦੋਂ ਆਊਗਾ? ਦਿਖਣ ਨੂੰ ਤਾਂ ਮੈਂ ਬੱਚਾ ਸੀ, ਪਰ ਮੈਂ ਬੱਚਾ ਨਹੀਂ ਸੀ, ਕਿਉਂਕਿ ਮੈਨੂੰ ਜ਼ਿੰਮੇਵਾਰੀਆਂ ਨੇ, ਦੁੱਖਾਂ ਨੇ ਮੈਨੂੰ ਘੇਰ ਲਿਆ ਸੀ। ਮੈਂ ਕਦੀ ਨਹੀਂ ਖੇਡਿਆ, ਕਦੀ ਕਹਾਣੀਆਂ ਨਹੀਂ ਸੁਣੀਆਂ। ਸੋ ਇਹ ਕੇਂਦਰੀ ਭਾਵ ਸੀ ਬੱਚਿਓ। ਪਰਮਾਤਮਾ ਤੁਹਾਨੂੰ ਖੁਸ਼ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਤੁਹਾਡੇ ਮਾਤਾ ਪਿਤਾ ਨੇ ਉਹਨਾਂ ਨੂੰ ਲੰਮੀ ਉਮਰ ਬਖਸ਼ੇ, ਤੁਸੀਂ ਖੁਸ਼ ਰਹੋ ਬੱਚਿਓ। ਆਪਣੀ ਜ਼ਿੰਦਗੀ ਦੇ ਜੋ ਪਲ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਬਤੀਤ ਕਰੋ, ਪੜ੍ਹੋ ਵੀ, ਉਸ ਦੇ ਨਾਲ ਨਾਲ ਹੱਸੋ ਖੇਡੋ ਅਤੇ ਮਾਪਿਆਂ ਨੂੰ ਬਹੁਤ ਪਿਆਰ ਕਰੋ। ਧੰਨਵਾਦ ਬੱਚਿਓ।